ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਦੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਹਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇਨ ਜਿਹੇ ਲਗ ਭਵ ਜਲ ਤਰਨਾ ਬੇਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਾਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਇਕ ਮਨ ਪੁਰਖ ਧਿਆਏ ਬਰ ਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੈ ਇੰਦਰਾਦ ਭਗਤ ਪ੍ਰਹਿਲਾਦ ਆਤਮ ਰਸ ਜਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਨ ਮਾਣਿਓ ਹਮ ਅਵਗੁਣ ਭਰੇ ਏਕ ਗੁਣ ਅੰਮ੍ਰਿਤ ਛਾੜ ਬਿਖੈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾਸਿ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਕੋ ਸ਼ਰਣਾਈ ਸਕਹੁ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਮਿ ਨੂਰ ਅਰ ਸਹ ਕੁਰ ਸਹ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ
ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤਨਾਸਰੇ ਮਹਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਏ ਸੁਘੜ ਸੁਜਾਨੀ। ਤਿਨਹਿ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਏ ਸੁਘੜ ਸੁਜਾਨੀ। ਤਿਨਹਿ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪੈਮਾਨੀ। ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਹੋਏ ਜੋ बीच हम तुम कछ होते तिनकी बात विलानी। अलंकार मिल थैली हुई है ताते कनक वखानी। प्रगट्यो जोत सहज सुख शुभा बाजे अनहत बानी। कहो नानक ने चल घर बांधियो गुर कियो बंधानी। प्रगट्यो जोत सहज सुख शुभा बाजे अनहत बानी। कहो नानक ने चल घर बांधियो गुर कियो बंधानी। वाहिगुरु जी का खालसा वाहिगुरु जी की फतेह। परम सत्कार योग सम्मान योग गुरु की साजी और निवाजी हुई गुरु का खास रूप गुरु खालसा साध संगत जियो। जिनके भाग बड़े हैं भाई तन साधु संग मुख जुरे। वड्डियां भागां वाले हो सतगुरु नौवें पातशाह दे पवित्र पावन सचखंड दरबार विच नता प्रति हाजरियां भर के देन दुनिया दे मालक सतगुरु श्री गुरु ग्रंथ साहिब जी महाराज जी दे दर्शन परसदे दर्श परस कीनो गुरु ग्रंथ महाराज जी के पाप जन्मांतर के पूर्ण रूप धारते
ਐਸੇ ਦੀਨ ਦਿਆਲ ਸਤਿਗੁਰਾਂ ਦੀ ਪਵਿੱਤਰ ਗੋਦ ਵਿੱਚ ਜੁੜ ਕੇ ਰੱਬੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਦੇ ਬਖਸ਼ਿਸ਼ ਕੀਤੇ ਗਏ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਲਈ ਇਸ ਵਕਤ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਹਨ। ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰਦੇਵ ਦੇ ਪਵਿੱਤਰ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ। ਅਰਦਾਸ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਸਾਡੀਆਂ ਸੁਰਤੀਆਂ ਵਿੱਚ ਗੁਰਦੇਵ ਦੀ ਕਿਰਪਾ ਨਾਲ ਇਕਾਗਰਤਾ ਬਣੇ ਔਰ ਪਾਤਸ਼ਾਹ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਰਮਜ ਨੂੰ ਅਸੀਂ ਸਮਝ ਸਕੀਏ। ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੇ ਮਹਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਘੜ ਸੁਜਾਨੀ। ਰਾਗ ਤਨਾਸਰੀ ਹੈ ਔਰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਜਿਸ ਦਾ ਤਨ ਮਨ ਔਰ ਧਨ ਵੀ ਜਿਸ ਵਾਹਿਗੁਰੂ ਪਰਮੇਸ਼ਰ ਦਾ ਹੈ, ਚਿੰਤਨ ਹੈ। ਇਹ ਕੇਵਲ ਸ਼ਬਦ ਨਹੀਂ ਹੈ, ਇਹ ਆਪਣੇ ਨਿਜ ਦਾ ਚਿੰਤਨ ਹੈ। ਕਦੇ ਆਪਣੇ ਨਿਜ ਦੇ ਚਿੰਤਨ ਵਿੱਚ ਅਸੀਂ ਜੁੜ ਕੇ ਬੈਠਣ ਦਾ ਯਤਨ ਹੀ ਨਹੀਂ ਕੀਤਾ। ਮਾਫ ਕਰਨਾ, ਸਾਡੇ ਚਿੰਤਨ ਵਿੱਚ ਸਾਡੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੱਲਦੀਆਂ ਨੇ। ਸਾਡੇ ਚਿੰਤਨ ਵਿੱਚ ਆਪਣੇ ਭਾਈਆਂ, ਰਿਸ਼ਤੇਦਾਰਾਂ, ਸੰਬੰਧੀਆਂ ਦਾ, ਮਿੱਤਰਾਂ ਦਾ, ਯਾਰਾਂ ਦੋਸਤਾਂ ਦਾ ਚਿੰਤਨ ਚੱਲਦਾ। ਸਾਡੇ ਚਿੱਤ ਵਿੱਚ ਸਾਡੇ ਕਾਰੋਬਾਰਾਂ ਦਾ ਚਿੰਤਨ ਚੱਲਦਾ। ਸਾਡੇ ਚਿੱਤ ਵਿੱਚ ਸੰਸਾਰ ਦੇ ਕਾਟੋ ਕਲੇਸ਼ ਜਿਹੜੇ ਨੇ ਉਹਨਾਂ ਦਾ ਚਿੰਤਨ ਚੱਲਦਾ। ਪਰ ਸਾਡੇ ਅੰਦਰ ਆਪਣੇ ਨਿਜ ਦਾ ਚਿੰਤਨ ਨਹੀਂ ਹੈ। ਪਾਤਸ਼ਾਹ ਦੇ ਉਚਾਰਨ ਕੀਤੀ ਹੋਈ ਇਹ ਪੰਕਤੀ ਸਾਨੂੰ ਸਾਡੇ ਨਿਜ ਦੇ ਚਿੰਤਨ ਵਾਲੇ ਪਾਸੇ ਪ੍ਰੇਰਦੀ। ਨਿਜ ਦਾ ਚਿੰਤਨ ਕੀ ਹੈ ਕਿ ਮੈਂ ਕੀ ਹਾਂ, ਮੇਰਾ ਸਰੂਪ ਕੀ ਹੈ। ਇਹ ਨਿਜ ਚਿੰਤਨ ਹੈ। ਜਦੋਂ ਨਿਜ ਦਾ ਚਿੰਤਨ ਕਰੋਗੇ ਤਾਂ ਵੇਖੋਗੇ ਕਿ ਜਿਹੜਾ ਧਨ ਹੈ, ਜਿਹਦੇ ਤੇ ਸਾਡੀ ਮੈਂ ਮੇਰੀ ਲੱਗੀ ਹੋਈ ਹੈ, ਇਹ ਧਨ ਮੇਰਾ ਨਹੀਂ। ਮੇਰੇ ਤੋਂ ਪਹਿਲਾਂ ਇਸ ਧਨ ਦੇ ਬੜੇ ਮਾਲਕ ਹੋ ਕੇ ਗੁਜ਼ਰ ਗਏ ਨੇ ਔਰ ਮੇਰੇ ਤੋਂ ਬਾਅਦ ਵੀ ਇਸ ਧਨ ਦੇ ਮਾਲਕ ਹੋਰ ਹੋਣਗੇ। ਮੇਰੇ ਤੋਂ ਪਹਿਲਾਂ ਇਸ ਧਨ ਦੇ ਮਾਲਕ ਹੋ ਗੁਜ਼ਰੇ ਨੇ, ਮੇਰੇ ਤੋਂ ਬਾਅਦ ਵੀ ਇਸ ਧਨ ਦੇ ਮਾਲਕ ਹੋਰ ਹੋਣਗੇ, ਤਾਂ ਫਿਰ ਇਹ ਧਨ ਮੇਰਾ ਕਿਵੇਂ ਹੋ ਸਕਦਾ ਹੈ? ਇਹ ਕੇਵਲ ਮੇਰੇ ਵਰਤਣ ਵਾਸਤੇ। ਫਿਰ ਦੂਸਰਾ ਚਿੰਤਨ ਹੈ ਆਪਣੇ ਤਨ ਦਾ।
ਫਿਰ ਇਹ ਤਨ ਵੀ ਤਾਂ ਮੇਰਾ ਨਹੀਂ ਹੈ। ਇਹ ਤਨ ਉਸ ਵਾਹਿਗੁਰੂ ਪਰਮੇਸ਼ਰ ਦਾ ਹੈ, ਇਹ ਤਨ ਵੀ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਹੈ, ਕਿਉਂਕਿ ਇਹ ਤਨ ਮੇਰੇ ਜਨਮ ਤੋਂ ਪਹਿਲਾਂ ਨਹੀਂ ਸੀ ਔਰ ਮੇਰੇ ਮਰਨ ਤੋਂ ਬਾਅਦ ਵੀ ਨਹੀਂ ਰਹੇਗਾ। ਵਰਤਮਾਨ ਦੇ ਸਮੇਂ ਵਿੱਚ ਇਹ ਮਿਲਿਆ ਤਾਂ ਉਸੇ ਦਾ ਦਿੱਤਾ ਹੋਇਆ ਮਿਲਿਆ। ਤਨ ਔਰ ਤਨ ਦੇ ਵਿੱਚ ਕਿਰਿਆ ਕਰਨ ਵਾਲਾ ਹੈ ਤੀਸਰਾ ਮਨ। ਇਹ ਮਨ ਵੀ ਮੇਰਾ ਨਹੀਂ, ਇਹ ਮਨ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਹੈ। ਜਦੋਂ ਤਨ ਮਨ ਧਨ ਤਿੰਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੋ ਜਾਣਗੇ, ਫਿਰ ਇਹ ਪਹੁੰਚੇਗਾ ਆਪਣੇ ਆਤਮ ਚਿੰਤਨ ਤਾਈਂ ਕਿ ਮੇਰਾ ਸਰੂਪ ਮੇਰੀ ਆਤਮਾ ਹੈ, ਪਰਮ ਸੱਤ ਹੈ। ਇਹ ਲੈ ਚਿੰਤਨ ਕਹਿੰਦੇ ਆ ਇਹਨੂੰ। ਇੱਕ ਨੂੰ ਦੂਜੇ ਵਿੱਚ ਸਮਿਲਿਤ ਕਰਦੇ ਚਲੇ ਜਾਣਾ। ਇੱਕ ਨੂੰ ਦੂਸਰੇ ਵਿੱਚ ਸਮਿਲਿਤ ਕਿਵੇਂ ਕੀਤਾ ਜਾਂਦਾ ਹੈ? ਧਰਤੀ ਸਥੂਲ ਹੈ, ਸਥੂਲ ਧਰਤੀ ਤੋਂ ਸੂਖਮ ਹੈ ਪਾਣੀ। ਧਰਤੀ ਨੂੰ ਤੁਸੀਂ ਮਿੱਟੀ ਦੇ ਡਲਿਆਂ ਨੂੰ, ਪੱਥਰਾਂ ਨੂੰ ਕੱਪੜੇ ਵਿੱਚ ਰੱਖੀਏ ਤੇ ਇਕੱਠੇ ਕੀਤਾ ਜਾ ਸਕਦਾ, ਉਹ ਕੱਪੜੇ ਚੋਂ ਬਾਹਰ ਨਹੀਂ ਨਿਕਲਦੇ। ਪਾਣੀ ਕੱਪੜੇ ਵਿੱਚ ਪਾਈਏ ਤੇ ਨਿਕਲ ਜਾਂਦਾ। ਧਰਤੀ ਨਾਲੋਂ ਸੂਖਮ ਜਲ ਹੈ। ਧਰਤੀ ਨੂੰ ਛੱਡ ਕੇ ਜਦੋਂ ਜਲ ਤੱਕ ਪਹੁੰਚੇ, ਫਿਰ ਜਲ ਤੋਂ ਸੂਖਮ ਅਗਨੀ ਹੈ। ਅਗਨੀ ਜਲ ਤੋਂ ਸੂਖਮ ਕਿਵੇਂ ਹੈ? ਅਗਨੀ ਜਲ ਨੂੰ ਸੋਖਦੀ ਵੀ ਹੈ ਤੇ ਜਲ ਨੂੰ ਪੈਦਾ ਵੀ ਕਰਦੀ ਹੈ। ਸਾਡੇ ਸਰੀਰ 'ਚ ਅਗਨੀ ਵਧੇ, ਪਸੀਨਾ ਪੈਦਾ ਹੁੰਦਾ। ਪਸੀਨੇ ਵਿੱਚ ਜਲ ਦਾ ਹੀ ਅੰਸ਼ ਹੈ ਨਾ। ਅਗਨੀ ਦੇ ਵਧਣ ਕਰਕੇ ਜਲ ਹੈ, ਇਸ ਕਰਕੇ ਜਲ ਦਾ ਕਾਰਨ ਅਗਨੀ ਮੰਨਿਆ ਜਾਂਦਾ ਔਰ ਅਗਨੀ ਜਲ ਨਾਲੋਂ ਵੀ ਸੂਖਮ ਹੈ। ਪਾਣੀ ਨੂੰ ਤਾਂ ਘੜੇ 'ਚ ਇਕੱਠਾ ਕਰਕੇ ਰੱਖਿਆ ਜਾ ਸਕਦਾ, ਪਰ ਅਗਨੀ ਨੂੰ ਨਹੀਂ। ਅਗਨੀ ਨਾਲੋਂ ਸੂਖਮ ਵਾਯੂ ਹੈ। ਹਵਾ ਨਾ ਹੋਵੇ ਤੇ ਅਗਨੀ ਨਹੀਂ ਬਲ ਸਕਦੀ। ਹਵਾ ਵਾਯੂ ਦਾ ਕਾਰਨ ਹੈ। ਜਿੱਥੇ ਹਵਾ ਨਹੀਂ ਉੱਥੇ ਅਗਨੀ ਵੀ ਨਹੀਂ ਹੈ। ਹਵਾ ਕਰਕੇ ਅਗਨੀ ਪ੍ਰਚੰਡ ਵੀ ਹੁੰਦੀ ਹੈ ਤੇ ਹਵਾ ਕਰਕੇ ਅਗਨੀ ਬੁਝਦੀ ਵੀ ਹੈ। ਅਗਨੀ ਨੂੰ ਤੁਸੀਂ ਅੱਖਾਂ ਨਾਲ ਵੇਖ ਸਕਦੇ ਹੋ, ਪਰ ਹਵਾ ਅਗਨੀ ਨਾਲੋਂ ਵੀ ਵੱਧ ਸੂਖਮ ਹੈ, ਉਸ ਨੂੰ ਤੁਸੀਂ ਅੱਖਾਂ ਨਾਲ ਵੀ ਨਹੀਂ ਵੇਖ ਸਕਦੇ। ਇਸ ਕਰਕੇ ਅਗਨੀ ਨੂੰ ਹਵਾ ਵਿੱਚ ਸਮਿਲਿਤ ਕਰ ਦਿੱਤਾ ਜਾਏ ਤਾਂ ਹੋਰ ਸੂਖਮ ਹੋ ਗਈ ਵਾਯੂ। ਹਵਾ ਨਾਲੋਂ ਵੱਧ ਸੂਖਮ ਹੈ ਆਕਾਸ਼। ਹਵਾ ਆਕਾਸ਼ ਵਿੱਚ ਰਹਿੰਦੀ ਹੈ ਨਾ। ਆਕਾਸ਼ ਵਾਯੂ ਦਾ ਕਾਰਨ ਹੈ। ਹਵਾ ਨੂੰ ਤੁਸੀਂ ਚਮੜੀ ਕਰਕੇ ਤਾਂ ਸਪਰਸ਼ ਕਰ ਸਕਦੇ ਹੋ ਨਾ ਵੀ ਹਵਾ ਚੱਲ ਰਹੀ ਹੈ, ਪਰ ਆਕਾਸ਼ ਨੂੰ ਤਾਂ ਤੁਸੀਂ ਚਮੜੀ ਕਰਕੇ ਵੀ ਨਹੀਂ ਮਹਿਸੂਸ ਕਰ ਸਕਦੇ। ਬਸ ਸੁਰਤ ਕਰਕੇ, ਮਨ ਕਰਕੇ ਵੇਖਦੇ ਹਾਂ ਵੀ ਆਕਾਸ਼ ਹੈ। ਇਸ ਕਰਕੇ ਵਾਯੂ ਨੂੰ ਆਕਾਸ਼ ਵਿੱਚ ਲੈ ਕਰ ਦਿੱਤਾ ਜਾਏ। ਆਕਾਸ਼ ਤੋਂ ਪਰੇ ਕੀ ਆਪਾਂ ਕਹਿੰਦੇ ਆ ਮੈਂ ਨਹੀਂ ਜਾਣਦਾ, ਇਹਦਾ ਮਤਲਬ ਉਸ ਤੋਂ ਪਰੇ ਜੋ ਆਪਾਂ ਕਹਿੰਦੇ ਆ ਨਾ ਮੈਂ ਨਹੀਂ ਜਾਣਦਾ, ਉਹਨੂੰ ਕਹਿੰਦੇ ਨੇ ਅਗਿਆਨ। ਅਗਿਆਨ ਆਕਾਸ਼ ਦਾ ਕਾਰਨ ਹੈ ਔਰ ਆਕਾਸ਼ ਨਾਲੋਂ ਵੀ ਸੂਖਮ ਹੈ। ਕਿਵੇਂ? ਆਕਾਸ਼ ਨੂੰ ਭਾਵੇਂ ਅਸੀਂ ਚਮੜੀ ਨਾਲ ਛੂਹ ਨਹੀਂ ਸਕਦੇ, ਪਰ ਮਹਿਸੂਸ ਕਰ ਸਕਦੇ ਹਾਂ ਆਪਣੇ ਆਲੇ ਦੁਆਲੇ ਖਾਲੀ ਆਕਾਸ਼ ਨੂੰ, ਪਰ ਅਗਿਆਨ ਨੂੰ ਤਾਂ ਅਸੀਂ ਮਹਿਸੂਸ ਵੀ ਨਹੀਂ ਕਰ ਸਕਦੇ। ਅਗਿਆਨ ਤੋਂ ਪਰੇ ਹੈ ਬ੍ਰਹਮ, ਆਪਣਾ ਨਿਜ ਸਰੂਪ। ਏਦਾਂ ਧਰਤੀ ਨੂੰ ਜਲ ਵਿੱਚ, ਜਲ ਨੂੰ ਅਗਨੀ ਵਿੱਚ, ਅਗਨੀ ਨੂੰ ਵਾਯੂ ਵਿੱਚ, ਵਾਯੂ ਨੂੰ ਆਕਾਸ਼ ਵਿੱਚ ਔਰ ਆਕਾਸ਼ ਨੂੰ ਅਗਿਆਨ ਵਿੱਚ
ਔਰ ਅਗਿਆਨ ਨੂੰ ਬ੍ਰਹਮ ਵਿੱਚ ਲੈ ਕਰਦਿਆਂ ਕਰਦਿਆਂ ਮਿਲਾਉਂਦਿਆਂ ਅਖੀਰ ਚ ਬਚੇਗਾ, ਉਹਨੂੰ ਕਹਿੰਦੇ ਆ ਆਪਣਾ ਨਿਜ ਸਰੂਪ ਬ੍ਰਹਮ, ਆਤਮ ਸਵਰੂਪ। ਇਹਨੂੰ ਲੈ ਚਿੰਤਨ ਕਹਿੰਦੇ ਆ ਮਹਾਂਪੁਰਸ਼। ਏਦਾਂ ਲੈ ਚਿੰਤਨ ਕਰਨਾ ਕਿ ਮੇਰਾ ਤਨ ਮਨ ਧਨ ਜਿਹਦੇ ਤੇ ਮੈਂ ਆਪਣੀ ਮੇਰੀ ਲਾਈ ਬੈਠਾ, ਇਹ ਮੇਰਾ ਨਹੀਂ, ਇਹ ਅਕਾਲ ਪੁਰਖ ਪਰਮੇਸ਼ਰ ਦਾ। ਸੋਈ ਸੁਗੜ ਸੁਜਾਨੀ, ਉਹ ਬੜੀ ਵਧੀਆ ਘਾੜਤ ਕੱਢਣ ਵਾਲਾ, ਪ੍ਰਮਾਤਮਾ ਵਰਗਾ ਘਾੜਤ ਕੱਢਣ ਵਾਲਾ ਕੋਈ ਦੂਜਾ ਨਹੀਂ। ਸੁਘੜ, ਚੰਗੀ ਘਾੜਤ ਕੱਢਣ ਵਾਲਾ। ਜਿਹੋ ਜੀ ਘਾੜਤ ਪ੍ਰਮਾਤਮਾ ਨੇ ਘੜੀ ਹੈ ਨਾ, ਦੁਨੀਆ ਵਿੱਚ ਵੱਡੇ ਵੱਡੇ ਇੰਜੀਨੀਅਰ ਉਹੋ ਜੀ ਘਾੜਤ ਨਹੀਂ ਕੱਢ ਸਕਦੇ ਜੋ ਨੇ ਕੱਢ ਦਿੱਤਾ। ਫਿਰ ਉਹ ਸੁਜਾਨੀ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ, ਸਭ ਦੇ ਅੰਦਰ ਦੀ ਜਾਣਨ ਵਾਲਾ ਹੈ, ਅੰਤਰਜਾਮੀ ਹੈ। ਕਿਸ ਦੇ ਹਿਰਦੇ 'ਚ ਕੀ ਚੱਲ ਰਿਹਾ ਉਹ ਜਾਣਦਾ ਹੈ, ਕਿਸ ਦੇ ਹਿਰਦੇ ਵਿੱਚ, ਕਿਸ ਦੇ ਚਿੱਤ ਵਿੱਚ ਕੀ ਚੱਲ ਰਿਹਾ ਹੈ ਉਹ ਜਾਣਦਾ ਹੈ, ਉਹ ਅੰਤਰਜਾਮੀ ਹੈ। ਹਾਂਜੀ, ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਜਦੋਂ ਉਹੀ ਸਭ ਕੁਝ ਹੈ, ਉਹਦਾ ਹੀ ਸਭ ਕੁਝ ਹੈ, ਉਹ ਮੇਰਾ ਹੈ ਤੇ ਮੇਰੇ ਕੋਲ ਜੋ ਕੁਝ ਹੈ ਸਭ ਕੁਝ ਉਸੇ ਦਾ ਹੈ। ਜਦੋਂ ਇਸ ਤਰ੍ਹਾਂ ਉਸ ਨੂੰ ਆਪਣੇ ਕੋਲ ਮਹਿਸੂਸ ਕੀਤਾ ਤੇ ਫਿਰ ਜਾਣਿਆ ਕਿ ਮੇਰਾ ਦੁੱਖ ਮੇਰਾ ਸੁੱਖ ਉਸੇ ਨੇ ਸੁਣਿਆ। ਮੇਰਾ ਦੁੱਖ ਸੁੱਖ ਉਹੀ ਸੁਣਨ ਵਾਲਾ ਹੈ। ਤੇ ਜਦੋਂ ਮੇਰਾ ਦੁੱਖ ਸੁੱਖ ਸੁਣਦਾ ਹੈ ਤਾਂ ਮੇਰੀ ਚੰਗੀ ਹਾਲਤ ਹੋ ਜਾਂਦੀ ਹੈ, ਮੇਰੇ ਹਾਲਾਤ ਚੰਗੇ ਹੋ ਜਾਂਦੇ ਨੇ। ਜਦੋਂ ਵਾਹਿਗੁਰੂ ਦੁੱਖ ਸੁੱਖ ਦੋਵੇਂ ਮੇਰੇ ਕੋਲ ਹੋ ਕੇ ਸੁਣਦਾ ਹੈ। ਜੀ ਕੀ ਏਕੈ ਹੀ ਪੈਮਾਨੀ, ਇਸ ਜੀਵ ਦੀ ਅਰਦਾਸ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ 'ਚ ਮੰਨੀ ਜਾਂਦੀ, ਉਸ ਵਿਧਾਤੇ ਦੇ ਚਰਨਾਂ 'ਚ ਮੰਨੀ ਜਾਂਦੀ। ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਜੀਵ ਦੀ ਅਰਜ਼ੋਈ ਅਰਦਾਸ ਕਿਤੇ ਹੋਰ ਦਰ ਪ੍ਰਵਾਨ ਨਹੀਂ ਹੁੰਦੀ। ਕਿਸੇ ਨੂੰ ਵੀ ਇਹ ਬੇਨਤੀ ਕਰਦਾ ਉਹ ਪਹੁੰਚਣੀ ਅਕਾਲ ਪੁਰਖ ਪਰਮੇਸ਼ਰ ਪਾਸ ਹੀ ਹੈ, ਉਸ ਨਿਰੰਕਾਰ ਦੇ ਚਰਨਾਂ ਵਿੱਚ ਹੀ ਹੈ। ਇਸ ਜੀਵ ਦੀ ਕੀਤੀ ਹੋਈ ਅਰਦਾਸ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਪਾਸ ਮੰਨੀ ਜਾਂਦੀ ਹੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਹੋਰ ਬੜੇ ਨੇ ਜਿਹੜੇ ਕਈ ਤਰ੍ਹਾਂ ਦੇ ਯਤਨ ਕਰ ਰਹੇ ਨੇ, ਬਹੁ ਪ੍ਰਕਾਰ ਦੇ ਯਤਨ ਕਰਦੇ ਹੈ ਕਿ ਅਸੀਂ ਪਰਮੇਸ਼ਰ ਦੇ ਸਰੂਪ ਦਾ ਅੰਤ ਪਾਵਾਂਗੇ। ਕਈ ਤਰ੍ਹਾਂ ਦੇ ਯਤਨਾਂ ਨਾਲ, ਕਈ ਤਰ੍ਹਾਂ ਦੇ ਉਪਾਵਾਂ ਨਾਲ ਪਰਮੇਸ਼ਰ ਦਾ ਅੰਤ ਪਾਉਣ ਵਾਲਿਆਂ ਨੇ, ਜਿਨ੍ਹਾਂ ਨੇ ਵੀ ਯਤਨ ਕੀਤਾ ਹੈ, ਉਹਨਾਂ ਨੇ ਪਰਮੇਸ਼ਰ ਦੀ ਇੱਕ ਤਿਲ ਜਿੰਨੀ ਕੀਮਤ ਵੀ ਨਹੀਂ ਜਾਣੀ। ਅਖੀਰ ਨੂੰ ਉਹਨਾਂ ਨੂੰ ਵੀ ਕਹਿਣਾ ਪਿਆ, ਹੇ ਵਾਹਿਗੁਰੂ ਤੂੰ ਬੇਅੰਤ ਹੈ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਪਰਮੇਸ਼ਰ ਦਾ ਨਾਮ ਅੰਮ੍ਰਿਤ ਨਾਮ ਹੈ। ਮੁਰਦਿਆਂ ਨੂੰ ਵੀ ਜਿਉਂਦਾ ਕਰਨ ਦੀ ਸ਼ਕਤੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਵਿੱਚ ਹੈ। ਰੱਬ ਦੀ ਤਰਫੋਂ ਮਰੇ ਹੋਏ ਮਨੁੱਖਾਂ ਨੂੰ ਜੀਵਤ ਕਰਨ ਦੀ ਸ਼ਕਤੀ ਅੰਮ੍ਰਿਤ ਨਾਮ ਵਿੱਚ ਹੈ। ਅਸਲ ਵਿੱਚ ਜੀਵਨ ਦਾ ਅਸਲ ਮਨੋਰਥ ਤੇ ਪ੍ਰਯੋਜਨ ਸਮਝ ਹੀ ਉਦੋਂ ਆਉਂਦਾ ਹੈ ਜਦੋਂ ਨਿਰੰਕਾਰ ਦੇ ਨਾਮ ਦਾ ਆਸਰਾ ਹਿਰਦੇ 'ਚ ਗ੍ਰਹਿਣ ਕਰ ਲਈਏ। ਜੇ ਨਾਮ ਦਾ ਆਸਰਾ ਸਾਡੇ ਹਿਰਦੇ 'ਚ ਨਹੀਂ ਤਾਂ ਜੀਵਨ ਦੇ ਰਹੱਸ ਦਾ ਪਤਾ ਹੀ ਨਹੀਂ ਲੱਗਦਾ। ਫਿਰ ਤਾਂ ਮੁਰਦਿਆਂ ਵਾਂਗੂ ਜ਼ਿੰਦਗੀ ਹੈ ਜੀ ਰਹੇ, ਪਾਰ ਚੁੱਕਿਆ ਹੋਇਆ, ਢੋਈ ਚਲੇ ਜਾ ਰਹੇ। ਜੀਵਨ ਦਾ ਅਸਲੀ ਰਸ, ਜੀਵਨ ਦੀ ਅਸਲੀ ਖੇਡ ਸਮਝ ਹੀ ਉਦੋਂ ਆਉਂਦੀ ਹੈ ਜਦੋਂ ਨਿਰੰਕਾਰ ਦੇ ਨਾਮ ਦੀ ਸਾਧਨਾ ਵਿੱਚ ਅਸੀਂ ਤਤਪਰ ਹੁੰਦੇ ਹਾਂ।
ਇਸ ਕਰਕੇ ਨਾਮ ਨੂੰ ਸਤਿਗੁਰਾਂ ਨੇ ਅੰਮ੍ਰਿਤ ਲਿਖਿਆ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਇਹਦਾ ਕੋਈ ਮੁੱਲ ਨਹੀਂ। ਕਿਸੇ ਵੀ ਤਰ੍ਹਾਂ ਦਾ ਮੁੱਲ ਦੇ ਕੇ ਇਹ ਨਹੀਂ ਲਿਆ ਜਾ ਸਕਦਾ, ਇਹਨੂੰ ਨਹੀਂ ਖਰੀਦਿਆ ਜਾ ਸਕਦਾ। ਮੁੱਲ ਪਾਉਣ ਵਾਲਿਆਂ ਨੇ ਬੜੀਆਂ ਬੜੀਆਂ ਮੋਲਕ ਵਸਤੂਆਂ ਦਾ ਮੁੱਲ ਪਾਇਆ, ਪਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਨਿਰਮੋਲਕ ਹੀਰਾ ਪਾਤਸ਼ਾਹ ਕਹਿੰਦੇ ਆ। ਇਹ ਕਿਵੇਂ ਮਿਲਦਾ ਹੈ? ਗੁਰੂ ਸਾਹਿਬ ਦਇਆ ਕਰਕੇ ਮੰਤਰ ਵਜੋਂ ਆਪਣੇ ਸਿੱਖ ਨੂੰ ਦਿੰਦੇ ਆ, ਗੁਰ ਦੀਨੋ ਮੰਤਾਨੀ। ਗੁਰੂ ਪਾਤਸ਼ਾਹ ਜੀ ਇਸ ਅੰਮ੍ਰਿਤ ਨਾਮ ਦੀ ਦਾਤ ਆਪਣੇ ਸਿੱਖ ਨੂੰ ਬਖਸ਼ਦੇ ਹਨ। ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਜਿਸ ਨੂੰ ਇਹ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਫਿਰ ਆਪਣੇ ਨਿਸ਼ਚੇ ਤੋਂ ਡਿੱਗਦਾ ਨਹੀਂ, ਆਪਣੇ ਕਿਰਦਾਰ ਤੋਂ, ਆਪਣੇ ਆਚਰਣ ਤੋਂ ਨਹੀਂ ਡਿੱਗਦਾ। ਵੱਡੇ ਵੱਡੇ ਰਿਸ਼ੀ ਮੁਨੀ ਤਪਸਵੀ ਆਪਣੇ ਆਚਰਣ ਤੋਂ ਡਿੱਗ ਜਾਂਦੇ ਨੇ। ਪਰਮੇਸ਼ਰ ਦੀ ਮਾਇਆ ਬੜੀ ਪ੍ਰਬਲ ਹੈ, ਪਰ ਨਿਰੰਕਾਰ ਦੇ ਅੰਮ੍ਰਿਤ ਨਾਮ ਦੇ ਰੰਗ ਵਿੱਚ ਰੰਗਿਆ ਹੋਇਆਂ ਦੀ ਅਵਸਥਾ ਐਸੀ ਹੈ ਕਿ ਉਹ ਆਪਣੇ ਆਚਰਣ ਤੋਂ ਨਹੀਂ ਡਿੱਗਦੇ। ਡਿਗੈ ਨਾ ਡੋਲੇ, ਨਾ ਡਿੱਗਦੇ ਨੇ ਤੇ ਨਾ ਹੀ ਉਹਨਾਂ ਦੇ ਅੰਦਰ ਕਦੇ ਡਾਵਾਂ ਡੋਲਤਾਈ ਦੀ ਬਿਰਤੀ ਆਉਂਦੀ ਹੈ। ਖਬਰੇ ਕੀ ਹੋਵੇਗਾ, ਕੀ ਬਣੇਗਾ, ਇਹਨੂੰ ਕਹਿੰਦੇ ਨੇ ਡੋਲਣਾ। ਏਦਾਂ ਦਾ ਡੋਲਣਾ ਉਹਨਾਂ ਦੇ ਹਿਰਦੇ ਵਿੱਚ ਨਹੀਂ ਆਉਂਦਾ, ਅਡੋਲ ਹੋ ਜਾਂਦੇ ਨੇ। ਹੁਣ ਤਾਈਂ ਜੋ ਹੋਇਆ ਭਲਾ ਹੋਇਆ, ਹੁਣ ਜੋ ਹੋ ਰਿਹਾ ਉਹ ਵੀ ਭਲਾ ਹੀ ਹੋ ਰਿਹਾ, ਤੇ ਅੱਗੇ ਜੋ ਹੋਵੇਗਾ ਉਹ ਵੀ ਭਲਾ ਹੀ ਹੋਵੇਗਾ। ਇਹਨੂੰ ਕਹਿੰਦੇ ਨੇ ਅਡੋਲ ਅਵਸਥਾ। ਤੋ ਨਿਰੰਕਾਰ ਦੇ ਅੰਮ੍ਰਿਤ ਨਾਮ ਦਾ ਆਸਰਾ ਲੈਣ ਵਾਲੇ ਜਿਹੜੇ ਗੁਰਮੁਖ ਨੇ, ਉਹਨਾਂ ਦਾ ਮਨ ਅਡੋਲ ਹੋ ਜਾਂਦਾ, ਉਹ ਡਿੱਗਦੇ ਨਹੀਂ ਹਨ, ਅਡੋਲ ਹੋ ਜਾਂਦੇ ਨੇ। ਇਤਨੇ ਅਡੋਲ ਕਿ ਡਲਾਉਣ ਵਾਸਤੇ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਗਏ, ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਜਿਉਂਦਿਆਂ ਨੂੰ ਪੱਠੀਆਂ 'ਚ ਝੋਕਿਆ ਗਿਆ, ਪੁੱਠੀਆਂ ਖੱਲਾਂ ਲਾਈਆਂ ਗਈਆਂ, ਬੰਦ ਬੰਦ ਕੱਟੇ ਗਏ, ਸਵਾ ਸਵਾ ਮਣ ਪੀਸਣੇ ਪਸਾਏ ਗਏ, ਜਿਗਰ ਦੇ ਟੋਟਿਆਂ ਨੂੰ ਨੇਜਿਆਂ ਦੇ ਵਿੱਚ ਸਾਹਮਣੇ ਅੱਖਾਂ ਦੇ ਮਾਵਾਂ ਦੇ ਪਰੋਇਆ ਗਿਆ। ਡੁਲਾਉਣ ਦਾ ਯਤਨ ਤਾਂ ਬਹੁਤ ਕੀਤਾ, ਪਰ ਉਹ ਨਹੀਂ ਡੋਲੇ, ਅਡੋਲ। ਕਈ ਤਰ੍ਹਾਂ ਦੇ ਲੁਭਾਵਣੇ ਪਦਾਰਥ ਵਿਖਾਏ ਗਏ, ਕਈ ਤਰ੍ਹਾਂ ਦੇ ਲਾਲਚ ਤੇ ਲੋਭ ਦਿੱਤੇ ਗਏ, ਪਰ ਧੰਨ ਗੁਰੂ ਕੇ ਲਾਲ ਜਿਹੜੇ ਆਪਣੇ ਨਿਸ਼ਚੇ 'ਚ ਅਡੋਲ ਰਹੇ। ਸਾਡਾ ਸਾਰਾ ਇਤਿਹਾਸ ਇਹੋ ਜਿਹੇ ਸੂਰਬੀਰ ਬਹਾਦਰ ਯੋਧਿਆਂ ਦੀਆਂ ਗਾਥਾਵਾਂ ਨਾਲ ਭਰਿਆ ਪਿਆ। ਡਿਗੈ ਨਾ ਡੋਲੇ, ਉਹ ਡੋਲਦੇ ਨਹੀਂ, ਦ੍ਰਿੜ ਕਰ ਰਹੇ, ਉਹ ਪੱਕੇ ਹੋ ਕੇ ਰਹਿੰਦੇ ਆ, ਪਰਪੱਕ। ਪੂਰਨ ਹੋਏ ਤ੍ਰਿਪਤਾਨੀ, ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੋ ਜਾਂਦੀਆਂ, ਉਹ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ। ਉਹਨਾਂ ਅੰਦਰ ਕਿਸੇ ਪਦਾਰਥ ਦੀ ਕੋਈ ਖਾਹਿਸ਼ ਨਹੀਂ ਰਹਿੰਦੀ। ओए जो बीच हम तुम कछ होते, तिनकी बात बेलानी। ਉਹ ਜੋ ਸਾਡੇ ਵਿੱਚ ਹਮ ਤੁਮ ਦੀ ਬਿਰਤੀ ਸੀ ਨਾ, ਵੀ ਆ ਮੇਰਾ ਤੇ ਆ ਤੇਰਾ, ਇਹ ਮੈਂ ਤੂੰ ਦੀ ਜਿਹੜੀ ਬਿਰਤੀ ਸੀ, ਇਹਦੀ ਗੱਲ ਹੀ ਚਲੀ ਗਈ ਹਿਰਦੇ 'ਚ, ਇਹਦਾ ਖਿਆਲ ਹੀ ਨਹੀਂ ਰਿਹਾ ਹੁਣ ਹਿਰਦੇ 'ਚ। ਹੁਣ ਮੈਂ ਤੂੰ ਤਹਾਂ ਨਾ ਸੰਭਵ ਹੈ, ਹੁਣ ਉੱਥੇ ਮੈਂ ਤੇ ਤੂੰ ਦੀ ਗੱਲ ਹੁੰਦੀ ਨਹੀਂ। ਮੈਂ ਕਹਾਂਗਾ ਤਾਂ ਤੂੰ ਚਿੰਤਨ ਵਿੱਚ ਆਵੇਂਗਾ, ਤੂੰ ਕਹੇਂਗਾ ਤਾਂ ਮੈਂ ਆਪਣੇ ਆਪ ਨੂੰ ਵੱਖਰਾ ਸਮਝਾਂਗਾ। ਹੁਣ ਮੈਂ ਤੂੰ ਦੀ ਤਾਂ ਗੱਲ ਹੀ ਨਹੀਂ ਰਹੀ। ਗਲਾਸ ਦਾ ਪਾਣੀ ਭਰਿਆ ਹੋਇਆ ਸਰੋਵਰ ਵਿੱਚ ਉਲੱਦ ਦਿੱਤਾ ਹੈ, ਹੁਣ ਉਹ ਗਲਾਸ ਦਾ ਪਾਣੀ ਸਰੋਵਰ ਤੋਂ ਕਿਵੇਂ ਵੱਖਰਾ ਹੋ ਸਕਦਾ? ਉਹਦੀ ਹੋਂਦ ਵੱਖਰੀ ਕਿਵੇਂ ਹੋ ਸਕਦੀ ਹੈ?
ਇਸ ਤਰ੍ਹਾਂ ਹੁਣ ਹਮ ਤੁਮ ਤੇ ਮੈਂ ਤੂੰ ਦੀ ਜਿਹੜੀ ਬਿਰਤੀ ਸੀ ਉਹ ਅੰਦਰੋਂ ਚਲੀ ਗਈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ। ਜਿਵੇਂ ਸੋਨੇ ਦੇ ਗਹਿਣੇ ਇਕੱਠੇ ਕਰਕੇ ਇੱਕ ਕੁਠਾਲੀ 'ਚ ਪਾ ਕੇ ਇਕੱਠੇ ਕਰ ਦਿੱਤੇ ਜਾਂਦੇ, ਸੋਨੇ ਦੀ ਜਦੋਂ ਡਲੀ ਬਣ ਜਾਂਦੇ ਨੇ, ਕੁਠਾਲੀ 'ਚ ਪਾ ਕੇ ਜਦੋਂ ਸੁਨਿਆਰਾ ਸਾਰੇ ਗਹਿਣਿਆਂ ਨੂੰ ਢਾਲ ਦਿੰਦਾ ਨਾ, ਤੇ ਫਿਰ ਉਹ ਸਾਰੇ ਗਹਿਣੇ ਜਦੋਂ ਇੱਕ ਡਲੀ ਬਣ ਗਏ ਸੋਨੇ ਦੀ, ਤੇ ਫਿਰ ਉਹਦੇ ਵਿੱਚੋਂ ਵੱਖਰਾ ਨਹੀਂ ਕਿਸੇ ਨੂੰ ਦੱਸਿਆ ਜਾ ਸਕਦਾ ਵੀ ਇਹਦੇ 'ਚ ਆਹ ਛਾਪ ਹੈ, ਆਹ ਕੜਾ ਹੈ, ਫਿਰ ਉਹਨੂੰ ਸਾਰੇ ਨੂੰ ਸੋਨਾ ਹੀ ਕਿਹਾ ਜਾਂਦਾ, ਤਾਂ ਤੇ ਕਨਕ ਵਖਾਨੀ। ਇਸੇ ਤਰ੍ਹਾਂ ਜਿਹੜੇ ਉਸ ਰਾਮ ਦਾ ਚਿੰਤਨ ਕਰਦਿਆਂ ਕਰਦਿਆਂ ਉਸੇ ਦਾ ਰੂਪ ਹੋ ਗਏ ਨੇ, ਉਹਨਾਂ ਨੂੰ ਫਿਰ ਉਸ ਪਰਮਾਤਮਾ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ, ਫਿਰ ਉਸੇ ਦਾ ਹੀ ਰੂਪ ਨੇ, ਉਸੇ ਵਿੱਚ ਹੀ ਇੱਕ ਮਿਕ ਨੇ। ਹਾਂਜੀ। ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਹਤ ਬਾਨੀ। ਫਿਰ ਉਹਨਾਂ ਦੇ ਅੰਦਰ ਜੋਤ ਪ੍ਰਗਟ ਹੁੰਦੀ ਹੈ। ਕਿਹੜੀ ਜੋਤ? ਆਤਮ ਜੋਤ, ਪਰਮ ਜੋਤ। ਉਹ ਜੋਤ ਉਹਨਾਂ ਦੇ ਹਿਰਦੇ ਵਿੱਚ ਪ੍ਰਗਟਦੀ ਹੈ, ਜਿਸ ਜੋਤ ਦੇ ਪ੍ਰਗਟ ਹੁੰਦਿਆਂ ਸਹਿਜ ਆਨੰਦ ਵਿੱਚ ਉਹ ਜਾ ਕੇ ਸੁਖ ਮਾਣਦੇ ਨੇ, ਔਰ ਉਹਨਾਂ ਦੀ ਸੋਭਾ ਹੁੰਦੀ ਹੈ, ਔਰ ਲਗਾਤਾਰ ਅਨਹਦ ਇੱਕ ਰਸ ਸਤਿਗੁਰਾਂ ਦੇ ਸ਼ਬਦ ਦਾ ਨਾਦ ਉਹਨਾਂ ਦੇ ਹਿਰਦੇ ਵਿੱਚ ਵੱਜਦਾ ਹੈ। ਕਹੋ ਨਾਨਕ ਨੇ ਚਲ ਘਰ ਬੰਦਿਓ ਗੁਰ ਕੀਓ ਬੰਦਾਨੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ, ਮੇਰਾ ਨਿਹਚਲ ਘਰ ਬੰਨਿਆ ਗਿਆ। ਨਿਹ ਚਲ ਜੋ ਚਲਾਏ ਮਾਨ ਨਾ ਹੋਵੇ। ਨਿਹਚਲ ਘਰ ਉਹ ਬੰਨਿਆ ਗਿਆ। ਮੇਰੇ ਗੁਰੂ ਨੇ ਮੇਰੇ ਤੇ ਤਰਸ ਕਰਕੇ ਮੇਰਾ ਇਹ ਘਰ ਬੰਨਿਆ, ਜਿੱਥੇ ਜਾ ਕੇ ਹੁਣ ਮੈਨੂੰ ਆਵਾ ਗਾਉਣ ਦੇ ਚੱਕਰਾਂ ਵਿੱਚ, ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪਵੇਗਾ। ਐਸਾ ਘਰ ਮੇਰੇ ਮਾਲਕ ਨੇ ਕਿਰਪਾ ਕਰਕੇ ਬੰਨ ਦਿੱਤਾ ਹੈ।